ਭੂਰਿਆਂ ਵਾਲੇ ਰਾਜੇ ਕੀਤੇ। ਭਾਗ 21। ਬੰਦਾ ਸਿੰਘ ਬਹਾਦਰ ਅਤੇ ਸਿੱਖ ਕੈਦੀਆਂ ਦਾ ਕਾਫਲਾ ਸਰਹੰਦੋਂ ਦਿੱਲੀ ਵੱਲ ਰਵਾਨਾ ਅਤੇ ਫਰਖਸ਼ੀਅਰ ਵੱਲੋਂ ਸਿੰਘਾਂ ਦੀ ਕਤਲਾਮ ਦਾ ਹੁਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਕਰੀਆ ਖਾਨ ਦੇ ਹੁਕਮ ਨਾਲ ਕੈਦੀਆਂ ਦਾ ਕਾਫਲਾ ਸਰਹੰਦੋਂ ਅੱਗੇ ਨੂੰ ਰਵਾਨਾ ਹੋਇਆ। ਕਰਨਾਲ ਅਤੇ ਪਾਣੀਪਤ ਦਿਆਂ ਸ਼ਹਿਰਾਂ ਵਿੱਚ ਦੀ ਲੰਘਦਿਆਂ ਮੁਸਲਮਾਨ ਵਸੋਂ ਰਾਹ ਦੇ ਦੋਹੀਂ ਪਾਸੀਂ ਆਣ ਖਲੋਤੀ। ਇੰਨੀ ਥਾਈਂ ਵੀ ਸਰਹੰਦ ਵਾਂਗ ਹੀ ਕੈਦੀਆਂ ਉੱਤੇ ਆਵਾਜ਼ੇ ਕੱਸੇ ਗਏ। ਗਾਲੀ ਗਲੋਚ, ਬਕਵਾਸ, ਹੱਥਾਂ ਨਾਲ ਗੰਦੇ ਮੰਦੇ ਇਸ਼ਾਰੇ ਤੇ ਚੜਾਉਣ ਵਾਲੀਆਂ ਸਾਰੀਆਂ ਕੁਝੀਆਂ ਹਰਕਤਾਂ ਲੋਕੀ ਕਰ ਰਹੇ ਸਨ। ਕੋਈ ਅੱਗੇ ਵਧ ਮਿੱਟੀ ਘੱਟਾ ਉੱਤੇ ਸੁੱਟੇ, ਕੋਈ ਢੀਮਾ ਮਾਰੇ, ਸਾਂਗਾਂ ਲਾਉਣ ਤੇ ਤਰ੍ਹਾਂ ਤਰ੍ਹਾਂ ਦੇ ਮਖੌਲ ਉਡਾਉਣ, ਉਂਗਲਾਂ ਚੁੱਕਣ, ਸੀਟੀਆਂ ਵਜਾਉਣ, ਨੱਕ ਚੜਾ ਚੜਾ, ਮੂੰਹ ਚੜਾਉਣ ਤੇ ਦੂਰੋਂ ਕੈਦੀਆਂ ਵੱਲ ਥੁੱਕਣ। ਕੈਦੀ ਇਸ ਹਾ-ਹੂ ਤੋਂ ਬੇਖਬਰ ਆਪਣੀ ਮਸਤੀ ਵਿੱਚ ਬੜੀ ਉੱਚੀ ਸੁਰ ਨਾਲ ਗੁਰੂ ਸਾਹਿਬ ਦੇ ਉਚਾਰੇ ਹੋਏ ਸ਼ਬਦ ਪੜ੍ਹਦੇ ਹੋਏ ਤੁਰੇ ਜਾਂਦੇ ਸਨ। ਕੱਲ ਤੱਕ ਜਿਨ੍ਹਾਂ ਦਾ ਨਾਂ ਸੁਣ ਕੇ ਖੂਨ ਖੁਸ਼ਕ ਹੋ ਜਾਂਦਾ ਸੀ, ਅੱਜ ਹੋਣੀ ਉਹਨਾਂ ਨਾਲ ਏਡਾ ਮਾੜਾ ਸਲੂਕ ਕਰਵਾ ਰਹੀ ਸੀ। ਇਹ ਸਮੇਂ ਦਾ ਚੱਕਰ ਹੈ। ਆਜ਼ਾਦ ਹਾਲਤ ਵਿੱਚ ਇਹਨਾਂ ਲੋਕਾਂ ਆਪਣੇ ਜਾਹੋ ਜਲਾਲ ਨਾਲ ਇਹਨਾਂ ਸ਼ਹਿਰਾਂ ਵਿੱਚ ਦੀ ਲੰਘਣਾ ਹੁੰਦਾ ਤਾਂ ਇਹ ਮੱਛਰੀ ਹੋਈ ਵਸੋਂ ਸ਼ਹਿਰ ਦੇ ਘਰ-ਬਾਰ ਸੁੰਨੇ ਛੱਡ ਛੱਡ ਕਈ ਕੋਹ ਰਸਤਿਓਂ ਦੂਰ ਨਿਕਲ ਜਾਂਦੇ। ਇਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਣਾ ਤਾਂ ਬਹੁਤ ਦੂਰ ਦੀ ਗੱਲ ਸੀ। 27 ਫਰਵਰੀ ਸੰਨ 1716 ਈਸਵੀ ਨੂੰ ਕੈਦੀਆਂ ਦੇ ਕਾਫਲੇ ਦੀ ਅਗਰਾਬਾਦ ਪੁੱਜਣ ਦੀ ਖਬਰ ਫਰਖਸ਼ੀਅਰ ਬਾਦਸ਼ਾਹ ਨੂੰ ਦਿੱਲੀ ਪੁੱਜੀ। ਬਾਦਸ਼ਾਹ ਵੱਲੋਂ ਇਤਮਾਦ-ਦੌਲਾ ਮੁਹੰਮਦ ਅਮੀਨ ਖਾਨ ਨੂੰ ਹੁਕਮ ਹੋਇਆ ਕਿ ਉਹ ਇੱਕਦਮ ਆਪ ਬਾਹਰ ਜਾਵੇ ਤੇ ਬਾਗੀ ਸਿੱਖ ਆਗੂ ਬੰਦਾ ਸਿੰਘ ਤੇ ਉਸ ਦੇ ਕੈਦੀ ਸਾਥੀਆਂ ਨੂੰ ਕਿਸੇ ਵਿਸ਼ੇਸ਼ ਰੂਪ ਵਿੱਚ ਅਗਰਾਬਾਦ ਤੋਂ ਸ਼ਾਹੀ ਮਹੱਲ ਲੈ ਕੇ ਆਵੇ। 29 ਫਰਵਰੀ 1716 ਈਸਵੀ ਵਾਲੇ ਦਿਨ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਦਿੱਲੀ ਸ਼ਹਿਰ ਅੰਦਰ ਲਿਆਂਦਾ ਗਿਆ। ਇਸ ਉਚੇਰੀ ਕਿਸਮ ਦੇ ਜਲੂਸ ਦਾ ਮਨੋਰਥ ਸਿੱਖ ਕੈਦੀਆਂ ਨੂੰ ਕੋਝੇ ਤੋਂ ਕੋਝੇ ਤੇ ਸਿਰੇ ਦੀ ਨਰਾਦਰੀ ਭਰੇ ਰੂਪ ਵਿੱਚ ਲੋਕਾਂ ਸਾਹਮਣੇ ਪੇਸ਼ ਕਰਨਾ ਸੀ, ਕਿਉਂਕਿ 6 ਸਾਲ ਹੋ ਗਏ ਸਨ ਮੁਗਲਾਂ ਦੇ ਵਕਾਰ, ਰੋਹਬ ਤੇ ਦਬਦਬੇ ਨੂੰ ਸਿੱਖਾਂ ਦੇ ਪੈਰਾਂ ਥੱਲੇ ਰੁਲਦੇ ਨੂੰ। ਲੋਕ ਸਮਝਦੇ ਸਨ ਕਿ ਮੁਗਲ ਹਾਕਮਾਂ ਵਿੱਚ ਕੋਈ ਸਾਹ-ਸਾਤ ਨਹੀਂ ਰਹਿ ਗਿਆ। ਉਸ ਵਕਾਰ ਨੂੰ ਬਹਾਲ ਕਰਨਾ ਸੀ। ਇਸ ਮੌਕੇ ਤੇ ਵਿਖਾਵੇ ਦਾ ਉਹੋ ਹੀ ਤਰੀਕਾ ਵਰਤਿਆ ਗਿਆ ਜੋ ਸ਼ਿਵਾਜੀ ਦੇ ਪੁੱਤਰ ਸ਼ੰਭਾ ਜੀ ਦੇ ਫੜੇ ਜਾਣ ਅਤੇ ਪੇਸ਼ ਕਰਨ ਵੇਲੇ ਵਰਤਿਆ ਗਿਆ ਸੀ। ਸਭ ਤੋਂ ਅੱਗੇ ਨੇਜਿਆਂ ਉੱਤੇ ਟੰਗੇ ਹੋਏ 3000 ਭੂਸੇ ਨਾਲ ਭਰੇ ਹੋਏ ਸਿੰਘਾਂ ਦੇ ਸਿਰ ਸਨ। ਉਹਨਾਂ ਦੇ ਖੁੱਲੇ ਲੰਮੇ ਕਾਲੇ ਵਾਲ ਹਵਾ ਵਿੱਚ ਲਹਿਰਾ ਰਹੇ ਸਨ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਡਾਕਟਰ ਗੰਡਾ ਸਿੰਘ, ਹਰੀਰਾਮ ਗੁਪਤਾ ਇਤਿਹਾਸਕਾਰਾਂ ਇਹ ਗਿਣਤੀ 2000 ਲਿਖੀ ਹੈ। ਇਹਨਾਂ ਦੇ ਨਾਲ ਹੀ ਪਿੱਛੇ ਇੱਕ ਲੰਮੇ ਬਾਂਸ ਤੇ ਇੱਕ ਮਰੀ ਹੋਈ ਬਿੱਲੀ ਟੰਗੀ ਹੋਈ ਸੀ, ਜਿਸ ਨੂੰ ਵਿਖਾਉਣ ਦਾ ਮਤਲਬ ਇਹ ਸੀ ਕਿ ਮੁਗਲ ਸੂਰਮਿਆਂ ਨੇ ਗੁਰਦਾਸ ਨੰਗਲ ਵਿੱਚੋਂ ਸਿੱਖਾਂ ਨੂੰ ਤਾਂ ਕੀ ਸਗੋਂ ਕੁੱਤਿਆਂ ਬਿੱਲੀਆਂ ਤੱਕ ਨੂੰ ਮਾਰ ਮੁਕਾਇਆ ਹੈ। ਇਹ ਮਰੀ ਹੋਈ ਬਿੱਲੀ ਜ਼ਬਰਦਸਤ ਤੇ ਜੇਤੂ ਫੌਜ ਦੀ ਮਹਾਨ ਜਿੱਤ ਦਾ ਉੱਘਾ ਚਿੰਨ੍ਹ ਸੀ। ਇਹਨਾਂ ਤੋਂ ਮਗਰ ਖੁਦ ਬੰਦਾ ਸਿੰਘ ਸੀ। ਉਸ ਨੂੰ ਲੋਹੇ ਦੇ ਪਿੰਜਰੇ ਵਿੱਚ ਚੰਗੀ ਤਰ੍ਹਾਂ ਜਕੜ ਕੇ ਹਾਥੀ ਉੱਤੇ ਚੜਾਇਆ ਹੋਇਆ ਸੀ। ਉਸ ਦੀ ਮਿੱਥ ਕੇ ਨਰਾਦਰੀ ਕਰਨ ਲਈ ਉਸ ਦੇ ਸਿਰ ਉੱਤੇ ਤਿਲੇ ਦੀ ਕਢਾਈ ਵਾਲੀ ਪੱਗ ਬੱਧੀ ਹੋਈ ਸੀ ਤੇ ਗਲ ਅਨਾਰਾਂ ਦੇ ਫੁੱਲਾਂ ਵਾਲੀ ਲਾਲ ਪੁਸ਼ਾਕ ਪਵਾਈ ਹੋਈ ਸੀ। ਉਸੇ ਹਾਥੀ ਉੱਤੇ ਪਿੰਜਰੇ ਦੇ ਨਾਲ ਹੀ ਪਿਛਲੇ ਪਾਸੇ ਇੱਕ ਸੰਜੋ ਮੜਿਆ ਤੁਰਾਨੀ ਅਫਸਰ ਹੱਥ ਵਿੱਚ ਨੰਗੀ ਤਲਵਾਰ ਫੜੀ ਖੜਾ ਸੀ। ਬੰਦਾ ਸਿੰਘ ਦੇ ਹਾਥੀ ਦੇ ਪਿੱਛੇ ਬੇਪਲਾਣੇ ਊਠਾਂ ਉੱਤੇ 2 ਸਿੰਘ ਪਿੱਠਾਂ ਜੂੜ ਕੇ ਬਿਠਾਏ ਹੋਏ ਸਨ। ਕੁਝ ਕੁ ਜੂੜ ਕੇ ਗੱਡਿਆਂ ਉੱਤੇ ਲੱਦੇ ਹੋਏ ਸਨ। ਇਹਨਾਂ ਸਿੱਖ ਕੈਦੀਆਂ ਦੀ ਗਿਣਤੀ 740 ਲਿਖੀ ਹੋਈ ਹੈ। ਇਹਨਾਂ ਦੇ ਸਿਰਾਂ ਉੱਤੇ ਬੜੀ ਹਾਸੋਹੀਣੀ ਸ਼ਕਲ ਦੀਆਂ ਨੋਕਦਾਰ ਟੋਪੀਆਂ ਜੋ ਭੇਡ ਦੀ ਖਲ ਦੀਆਂ ਬਣੀਆਂ ਹੋਈਆਂ ਤੇ ਜਿਨ੍ਹਾਂ ਉੱਤੇ ਕੱਚ ਦੇ ਰੰਗ ਬਰੰਗੇ ਮਣਕੇ ਸੀਤੇ ਹੋਏ ਸਨ, ਪਵਾਈਆਂ ਹੋਈਆਂ ਸਨ। ਹਰ ਇੱਕ ਦਾ ਹੱਥ ਲੱਕੜ ਦੇ 2 ਡੰਡਿਆਂ ਵਿੱਚ ਘੁੱਟ ਕੇ ਉਸ ਦੀ ਧੌਣ ਨਾਲ ਬੱਧਾ ਹੋਇਆ ਸੀ। ਇਹਨਾਂ ਸਾਰਿਆਂ ਦੇ ਮੂੰਹ ਕਾਲੇ ਕੀਤੇ ਹੋਏ ਸਨ
ਬੰਦਾ ਸਿੰਘ ਬਹਾਦਰ ਦੇ ਜਰਨੈਲ ਤੇ ਉੱਗੇ ਸਿੰਘ ਜੋ ਬਿਲਕੁਲ ਉਸ ਦੇ ਹਾਥੀ ਦੇ ਨਾਲ ਸਨ ਦੇ ਗਲੀ ਭੇਡਾਂ ਦੀ ਖੱਲ ਪਵਾਈ ਹੋਈ ਸੀ, ਜਿਸ ਦੇ ਵਾਲ ਬਾਹਰ ਨੂੰ ਸਨ ਤਾਂ ਕਿ ਉਹ ਰਿੱਛਾਂ ਵਾਂਗ ਦਿਸਣ। ਉਹਨਾਂ ਦੇ ਪਿੱਛੇ ਸਨ ਸਿੱਖਾਂ ਦੇ ਵੱਡੇ ਹੋਏ ਸਿਰਾਂ ਨਾਲ ਲੱਦੇ ਹੋਏ ਗੱਡੇ ਅਤੇ ਉਹ ਗੱਡੇ ਜਿਨ੍ਹਾਂ ਉੱਤੇ ਗੁਰਦਾਸ ਨੰਗਲੋਂ ਫੜੇ ਹੋਏ ਹਥਿਆਰ ਤੇ ਹੋਰ ਸਾਜੋ ਸਮਾਨ ਲੱਦਿਆ ਹੋਇਆ ਸੀ। ਜਲੂਸ ਦੇ ਪਿੱਛੇ ਪਿੱਛੇ 3 ਬਾਦਸ਼ਾਹੀ ਅਮੀਰ ਘੋੜਿਆਂ ਉੱਤੇ ਚੜੇ ਆ ਰਹੇ ਸਨ। ਇਹ ਸਨ ਇਤਮਾਦ-ਦੌਲਾ, ਨਵਾਬ ਅਮੀਨ ਖਾਨ, ਚੀਨ ਬਹਾਦਰ, ਜਿਸ ਨੂੰ ਬਾਦਸ਼ਾਹ ਨੇ ਹੁਕਮ ਦੇ ਕੇ ਕੈਦੀਆਂ ਨੂੰ ਇਸ ਕਿਸਮ ਦੇ ਜਲੂਸ ਦੀ ਸ਼ਕਲ ਵਿੱਚ ਲਿਆਉਣ ਲਈ ਭੇਜਿਆ ਸੀ। ਉਸ ਦਾ ਪੁੱਤਰ ਕਮਰਦੀਨ ਬਹਾਦਰ ਅਤੇ ਉਸ ਦਾ ਜਵਾਈ ਨਵਾਬ ਅਬਦੁਸ ਸਮਾਦ ਖਾਨ ਦਲੇਰ ਜੰਗ ਦਾ ਪੁੱਤਰ ਜ਼ਕਰੀਆ ਖਾਨ ਬਹਾਦਰ, ਜੋ ਪਿੱਛੋਂ ਪੰਜਾਬ ਦਾ ਸੂਬੇਦਾਰ ਬਣਿਆ ਤੇ ਖਾਨ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਅਗਰਾਬਾਦ ਤੋਂ ਦਿੱਲੀ ਦੇ ਲਾਹੌਰੀ ਦਰਵਾਜ਼ੇ ਤੇ ਇਥੋਂ ਅੱਗੇ ਕੋਤਵਾਲੀ ਤੱਕ ਮੀਲਾਂ ਵਿੱਚ ਸੜਕ ਦੇ ਦੋਹੀਂ ਪਾਸੀਂ ਸ਼ਾਹੀ ਫੌਜਾਂ ਤੈਨਾਤ ਕੀਤੀਆਂ ਹੋਈਆਂ ਸਨ ਤੇ ਖਲਕਤ ਦੇ ਹਜੂਮ ਤੇ ਠੱਟਾਂ ਦੇ ਠੱਠ ਖੜੇ ਸਨ। ਉਹ ਸਾਰੇ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਦੇ ਇਸ ਨਰਾਦਰੀ ਭਰੇ ਰੂਪ ਨੂੰ ਵੇਖ ਕੇ ਫੁੱਲੇ ਨਹੀਂ ਸਨ ਸਮਾਉਂਦੇ ਤੇ ਖੂਬ ਟਿੱਚਰ ਮਸ਼ਕਰੀ ਕਰ ਰਹੇ ਸਨ। ਇਨ੍ਹਾਂ ਤਮਾਸ਼ਬੀਨਾਂ ਵਿੱਚ ਕਈ ਉੱਗੇ ਤੇ ਸਿਆਣੇ ਲਖਾਰੀ ਮੌਜੂਦ ਸਨ, ਜੋ ਸਿੱਖਾਂ ਦੀ ਦੁਰਦਸ਼ਾ ਤੇ ਪਿੱਛੋਂ ਹੋਣ ਵਾਲੀ ਮੌਤ ਦਾ ਨਜ਼ਾਰਾ ਤੱਕਣ ਆਏ ਸਨ। ਤੁਅੱਸਬ ਤੇ ਤੰਗ ਦਿਲੀ ਨੇ ਭਾਵੇਂ ਇਹਨਾਂ ਦੀ ਆਤਮਾ ਤੇ ਈਮਾਨ ਨੂੰ ਜਕੜੀ ਰੱਖਿਆ ਹੈ, ਫਿਰ ਵੀ ਜੋ ਕੁਝ ਇਹਨਾਂ ਲਿਖਿਆ ਉਹ ਬਹੁਮੁੱਲੀ ਇਤਿਹਾਸਕ ਗਵਾਹੀ ਬਣ ਗਿਆ ਹੈ। ਸਿੰਘਾਂ ਦੀ ਬਹਾਦਰੀ, ਜੁਰਤ, ਦਲੇਰੀ ਤੇ ਹੌਸਲੇ ਦੇ ਜੌਹਰ ਆਪ ਮੁਹਾਰੇ ਉਹਨਾਂ ਦੇ ਮੂੰਹੋਂ ਨਿਕਲ ਗਏ ਹਨ, ਜਿਨ੍ਹਾਂ ਨੂੰ ਉਹਨਾਂ ਕਲਮਬੰਦ ਕਰ ਦਿੱਤਾ ਹੈ। ਮੌਤ ਦੇ ਮੂੰਹ ਵਿੱਚ ਜਾਂਦੇ ਹੋਏ ਵੀ ਉਹ ਕੈਦੀ ਚੜ੍ਹਦੀ ਕਲਾ ਵਿੱਚ ਸਨ। ਜ਼ਰਾ ਉਹਨਾਂ ਬੰਦਿਆਂ ਦੇ ਮੂੰਹੋਂ ਸੁਣੋ ਜਿਨ੍ਹਾਂ ਪਾਸ ਸਿੰਘਾਂ ਲਈ ਇੱਕ ਵੀ ਚੰਗਾ ਸ਼ਬਦ ਮੌਜੂਦ ਨਹੀਂ ਸੀ। ਸਭ ਤੋਂ ਪਹਿਲਾਂ ਲਵੋ ਇਬਰਤਨਾਮਾ ਜਾਂ ਸਵਾਨੇ ਹਰੀਸ਼ੀ ਦੇ ਕਰਤਾ ਮਿਰਜ਼ਾ ਮੁਹੰਮਦ ਹਰੀਸ਼ੀ ਦੀ ਲਿਖਤ ਨੂੰ। ਇਹ ਆਦਮੀ ਉਨੀ ਦਿਨੀ ਦਿੱਲੀ ਵਿੱਚ ਮੌਜੂਦ ਸੀ। ਉਹ ਬੰਦਾ ਸਿੰਘ ਤੇ ਉਸ ਦੇ ਸਾਥੀ ਸਿੱਖ ਕੈਦੀਆਂ ਦੇ ਜਲੂਸ ਦਾ ਤਮਾਸ਼ਾ ਵੇਖਣ ਲਈ ਖੁਦ ਗਿਆ ਸੀ। ਉਸ ਦਿਨ ਉਹ ਨਮਕ ਮੰਡੀ ਤੋਂ ਨਾਲ ਚੱਲ ਕੇ ਬਾਦਸ਼ਾਹੀ ਕਿਲੇ ਤੱਕ ਜਲੂਸ ਦੇ ਨਾਲ ਗਿਆ ਸੀ। ਉਸ ਨੇ ਇਸ ਜਲੂਸ ਦਾ ਜੋ ਹਾਲ ਲਿਖਿਆ ਹੈ ਸਭ ਅੱਖੀਂ ਵੇਖ ਕੇ ਲਿਖਿਆ ਹੈ। ਉਹ ਕਹਿੰਦਾ ਹੈ, ਇਬਰਤਨਾਮਾ ਪੰਨਾ 52 53 ਉਲੱਥਾ। ਬੰਦਾ ਮੈਂ ਇਸ ਦਿਨ ਵੇਖਣ ਲਈ ਨਮਕ ਮੰਡੀ ਤੱਕ ਗਿਆ ਸੀ ਅਤੇ ਉਥੋਂ ਕਿਲਾ ਮੁਬਾਰਕ ਸ਼ਾਹੀ ਕਿਲੇ ਤੱਕ ਇਸ ਜਲੂਸ ਦੇ ਨਾਲ ਰਿਹਾ ਸੀ। ਸ਼ਹਿਰ ਵਾਸੀਆਂ ਚੋਂ ਸ਼ਾਇਦ ਹੀ ਕੋਈ ਆਦਮੀ ਐਸਾ ਹੋਵੇ ਜੋ ਇਹਨਾਂ ਫਟਕਾਰਿਆਂ ਸਿੱਖਾਂ ਦਾ ਅੰਤ ਹੁੰਦਾ ਵੇਖਣ ਲਈ ਘਰੋਂ ਬਾਹਰ ਨਾ ਆਇਆ ਹੋਵੇ। ਬਾਜ਼ਾਰਾਂ, ਗਲੀਆਂ ਅਤੇ ਰਸਤਿਆਂ ਵਿੱਚ ਅਜਿਹੀ ਠੱਸ ਭੀੜ ਪਹਿਲਾਂ ਘੱਟ ਹੀ ਵੇਖੀ ਗਈ ਸੀ। ਮੁਸਲਮਾਨ ਖੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ ਸਨ, ਪਰ ਉਹ ਫੜ ਕੇ ਲਿਆਂਦੇ ਹੋਏ ਬਦਨਸੀਬ ਸਿੱਖ ਜੋ ਬੁਰੀ ਤਰ੍ਹਾਂ ਮੌਤ ਦੇ ਸ਼ਿਕੰਜੇ ਵਿੱਚ ਜਕੜੇ ਹੋਏ ਸਨ, ਬੜੇ ਪ੍ਰਸੰਨਚਿਤ ਅਤੇ ਆਪਣੀ ਹੋਣੀ ਬਾਰੇ ਪੂਰੇ ਹੁਲਾਸ ਵਿੱਚ ਸਨ। ਉਹਨਾਂ ਦੇ ਚਿਹਰਿਆਂ ਉੱਤੇ ਉਦਾਸੀ ਜਾਂ ਅਧੀਨਤਾ ਦਾ ਅਸਲੋਂ ਰੰਚ ਮਾਤਰ ਵੀ ਨਿਸ਼ਾਨ ਜਾਂ ਕੋਈ ਅਸਰ ਨਜ਼ਰ ਨਹੀਂ ਸੀ ਆ ਰਿਹਾ। ਸਗੋਂ ਬਹੁਤ ਸਾਰੇ ਸਿੰਘ ਊਠਾਂ ਉੱਤੇ ਉਸ ਬੱਝੀ ਹੋਈ ਹਾਲਤ ਵਿੱਚ ਸ਼ਬਦ ਪੜ੍ਹਨ ਵਿੱਚ ਪੂਰੀ ਤਰ੍ਹਾਂ ਲੀਨ ਸਨ। ਬਾਜ਼ਾਰਾਂ ਜਾਂ ਗਲੀਆਂ ਵਿੱਚ ਖੜੇ ਤਮਾਸ਼ਾਈਆਂ ਚੋਂ ਜੇ ਕੋਈ ਕਹਿੰਦਾ ਕਿ ਹੁਣ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਤਾਂ ਉਹ ਅੱਗੋਂ ਬੇਟੋਕ ਉੱਤਰ ਦਿੰਦੇ, ਜਾਓ ਕਤਲ ਕਰ ਦਿਓ, ਅਸੀਂ ਮਰਨੋਂ ਕਦ ਡਰੇ ਹਾਂ। ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਜ ਸਿਰ ਧੜਦੀ ਲਾ ਕੇ ਜੰਗਾਂ ਕਿਵੇਂ ਕਰਦੇ। ਸਾਨੂੰ ਤਾਂ ਸਿਰਫ ਭੁੱਖ ਅਤੇ ਖਾਦ ਖੁਰਾਕ ਦੀ ਘਾਟ ਨੇ ਤੁਹਾਡੇ ਚੁੰਗਲ ਵਿੱਚ ਫਸਾ ਦਿੱਤਾ ਹੈ, ਨਹੀਂ ਤਾਂ ਸਾਡੀ ਬਹਾਦਰੀ ਦੇ ਕਾਰਨਾਮੇ ਜੋ ਅੱਜ ਤੱਕ ਤੁਸਾਂ ਵੇਖੇ ਸਨ, ਇਸ ਤੋਂ ਕਿਤੇ ਵੱਧ ਤੁਹਾਨੂੰ ਨਜ਼ਾਰੇ ਵਿਖਾ ਦਿੰਦੇ। ਇਸ ਜਲੂਸ ਦਾ ਦੂਸਰਾ ਚਸ਼ਮਦੀਦ ਗਵਾਹ ਹੈ ਸੱਯਦ ਮੁਹੰਮਦ, ਜੋ ਉਸ ਵੇਲੇ ਉੱਥੇ ਹਾਜ਼ਰ ਸੀ ਤੇ ਉਸ ਸਮੇਂ ਦਾ ਅੱਖੀਂ ਡਿੱਠਾ ਨਜ਼ਾਰਾ ਆਪਣੀ ਪੁਸਤਕ ਤਬਸਰਾਤੁਲ ਨਾਜ਼ਰੀਨ ਵਿੱਚ ਦੇਂਦਿਆਂ ਲਿਖਿਆ ਹੈ। ਉਲੱਥਾ ਉਸ ਦਿਨ ਉਸ ਬੰਦਾ ਸਿੰਘ ਨੂੰ ਉਸ ਦੇ ਦੂਸਰੇ ਸਾਥੀਆਂ
ਜਿਨ੍ਹਾਂ ਤੇ ਸ਼ਾਹੀ ਕ੍ਰੋਧ ਟੁੱਟ ਚੁੱਕਾ ਸੀ ਨੂੰ ਜੂੜ ਕੇ ਕਾਠ ਮਾਰ ਕੇ ਬਾਦਸ਼ਾਹ ਦੇ ਹਜ਼ੂਰ ਪੇਸ਼ ਕੀਤਾ ਗਿਆ। ਇਹ ਨਤਾਣਾ ਬੰਦਾ ਭਾਵ ਖੁਦ ਲਖਾਰੀ, ਜੋ ਇਹ ਸਾਰਾ ਤਮਾਸ਼ਾ ਵੇਖਣ ਲਈ ਘਰੋਂ ਬਾਹਰ ਇਸ ਪਾਸੇ ਆਇਆ ਸੀ, ਕੀ ਵੇਖਦਾ ਕਿ ਉਸ ਕਾਲੇ ਮੂੰਹ ਵਾਲੇ ਗੁਰੂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਿਠਾਇਆ ਹੋਇਆ ਹੈ। ਉਸ ਨੂੰ ਸੁਰਖ ਪੋਸ਼ਾਕ ਪੁਆਈ ਹੋਈ ਸੀ। ਲੱਕੜ ਨੂੰ ਤਰਾਸ਼ ਕੇ ਅੰਦਰੋਂ ਟੋਪੀ ਵਾਂਗ ਉੱਕਰ ਕੇ, ਜਿਸ ਵਿੱਚ 5 ਕੁ ਸੇਰ ਮਿੱਟੀ ਪੈ ਜਾਵੇ, ਮਿੱਟੀ ਨਾਲ ਭਰ ਕੇ ਉਸ ਦੇ ਸਿਰ ਉੱਤੇ ਪੁਆਈ ਹੋਈ ਸੀ, ਜਿਸ ਦੇ ਭਾਰ ਨਾਲ ਉਸ ਦੀ ਧੌਣ ਝੁਕੀ ਹੋਈ ਸੀ ਤੇ ਉਹ ਬੜਾ ਔਖਾ ਤੇ ਟੇਢਾ ਹੋ ਕੇ ਬੈਠਾ ਹੋਇਆ ਸੀ। ਇੱਕ ਆਦਮੀ ਹੱਥ ਵਿੱਚ ਨੰਗੀ ਤਲਵਾਰ ਸੂਤ ਕੇ ਉਸ ਦੇ ਲਾਗੇ ਹੀ ਖੜਾ ਸੀ। ਉਸ ਦੇ ਦੂਸਰੇ ਪੈਰੋਕਾਰ ਤੇ ਵਿਦਰੋਹੀ ਸਾਥੀਆਂ ਨੂੰ ਕਾਠ ਨਾਲ ਜਕੜ ਕੇ, ਕਾਠ ਮਾਰ ਕੇ, ਊਠਾਂ ਤੇ ਸਵਾਰ ਕਰਾ ਕੇ ਬਾਦਸ਼ਾਹੀ ਕਿਲੇ ਦੇ ਦੀਵਾਨੇ ਆਮ ਤੱਕ ਲਿਆਂਦਾ ਗਿਆ। ਇਹ ਖੁੱਲ੍ਹ ਡੁੱਲੀ ਜਗ੍ਹਾ ਇਹਨਾਂ ਨਖਿੱਧ ਬੰਦਿਆਂ ਦੀਆਂ ਸਵਾਰੀਆਂ ਭਾਵ ਊਠਾਂ ਨਾਲ ਭਰੀ ਪਈ ਸੀ। ਉਸ ਵੇਲੇ ਮੈਂ ਉਹਨਾਂ ਵਿੱਚੋਂ ਇੱਕ ਨੂੰ ਹੱਥ ਨਾਲ ਇਸ਼ਾਰਾ ਕਰਕੇ ਕਿਹਾ, ਇਹ ਹੈਂਕੜ ਤੇ ਤੁਹਾਡਾ ਕੀ ਨਖਰਾ ਸੀ? ਉਸ ਨੇ ਹੱਥ ਆਪਣੇ ਮੱਥੇ ਉੱਤੇ ਰੱਖਿਆ ਤੇ ਮੈਨੂੰ ਇਸ਼ਾਰੇ ਨਾਲ ਸਮਝਾਇਆ ਕਿ ਇਹ ਮੇਰੇ ਭਾਗ ਤੇ ਲੇਖਾਂ ਦਾ ਸਿੱਟਾ ਹੈ। ਉਸ ਵੇਲੇ ਮੈਨੂੰ ਉਸ ਦੇ ਮਨੋਭਾਵ ਦੱਸਣ ਢੰਗ ਬੜਾ ਚੰਗਾ ਲੱਗਾ। ਵੈਰੀ ਵੱਲੋਂ ਕੀਤਾ ਗਿਆ ਵਹਿਸ਼ੀਆਨਾ ਵਾਲਾ ਅਤ ਮੰਦਾ ਸਲੂਕ, ਜੋ ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਵਹਿਸ਼ੀ ਕੌਮ ਨੇ ਆਪਣੇ ਕੈਦੀਆਂ ਨਾਲ ਕੀਤਾ ਹੋਵੇ, ਤੇ ਅਥਾਹ ਨਿਰਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਸ਼ਮਾ ਉੱਤੇ ਭੁੱਜ ਮਰਨ ਵਾਲੇ ਹੱਠੀ ਤੇ ਅਣਖੀਲੇ ਸਿੰਘਾਂ ਨੂੰ ਆਪਣੀ ਸੁਭਾਵਕ ਚੜ੍ਹਦੀ ਕਲਾ ਅਤੇ ਉੱਚ ਮਾਨਸਿਕ ਪੱਧਰ ਤੋਂ ਡਗਮਗਾ ਨਾ ਸਕੇ। ਉਹਨਾਂ ਨੂੰ ਸਗੋਂ ਹੋਰ ਰੋਹ ਨਾਲ ਦੂਣੀਆਂ ਲਾਲੀਆਂ ਚੜ੍ਹਦੀਆਂ ਗਈਆਂ। ਜਿਸ ਨੇ ਵੀ ਸਿੰਘਾਂ ਨੂੰ ਮੌਤ ਦੇ ਪਰਛਾਵੇਂ ਥੱਲੇ ਪੂਰੀ ਚੜ੍ਹਦੀ ਕਲਾ ਤੋਂ ਅਸਲੋਂ ਬੇਪਰਵਾਹੀ ਦੀ ਇਸ ਬੇਮਿਸਾਲ ਸਥਿਤੀ ਵਿੱਚ ਵੇਖਿਆ, ਆਸ਼ਸ਼ ਕਰ ਉੱਠਿਆ। ਮੁਹੰਮਦ ਹਾਦੀ ਕਾਮਵਰ ਖਾਨ ਦੇ ਦਿਲ ਉੱਤੇ ਜੋ ਸਿੰਘਾਂ ਦੀ ਇਸ ਬੇਨਜ਼ੀਰ ਮਨੋਬਿਰਤੀ ਦਾ ਅਸਰ ਹੋਇਆ, ਉਹ ਆਪ ਮੁਹਾਰੇ ਕਹਿੰਦਾ ਹੈ ਕਿ ਬਿਨਾਂ ਕਿਸੇ ਉਦਾਸੀ ਜਾਂ ਨਮੋਸ਼ੀ ਦੇ ਉਹ ਰਾਜ਼ੀ ਬਰ ਰਜ਼ਾ ਭਾਵ ਸ਼ਾਂਤ ਚਿੱਤ ਤੇ ਖੜੇ ਮੱਥੇ ਜਾ ਰਹੇ ਸਨ ਅਤੇ ਸ਼ਹੀਦਾਂ ਦੀ ਮੌਤ ਵਿਹਾਜਣ ਦੇ ਚਾਹਵਾਨ ਦਿਸਦੇ ਸਨ। ਇਤਿਹਾਸ ਕਿਧਰੇ ਵੀ ਇਹੋ ਜਿਹੇ ਨਜ਼ੀਰ ਪੇਸ਼ ਨਹੀਂ ਕਰਦਾ ਕਿ ਕਾਤਲ ਤਾਂ ਕੰਬ ਰਿਹਾ ਹੋਵੇ, ਉਸ ਦੇ ਦਿਲ ਵਿੱਚ ਉਥਲ ਪੁਥਲ ਹੋ ਰਹੀ ਹੋਵੇ ਤੇ ਕਤਲ ਹੋਣ ਵਾਲਾ ਸ਼ਾਂਤ ਚਿੱਤ ਬਿਲਕੁਲ ਅਟੰਕ, ਸਗੋਂ ਪੂਰੇ ਖੇੜੇ ਵਿੱਚ ਮੌਤ ਵੱਲ ਵੱਧ ਰਿਹਾ ਹੋਵੇ। ਸਿੰਘ ਮੌਤ ਨੂੰ ਇੱਕ ਖੇਡ ਤਮਾਸ਼ਾ ਹੀ ਸਮਝਦੇ ਸਨ। ਉਪਰੋਕਤ ਜਿਨ੍ਹਾਂ ਇਤਿਹਾਸਕਾਰਾਂ ਦੀਆਂ ਅੱਖੀਂ ਡਿੱਠੀਆਂ ਗਵਾਹੀਆਂ ਦਾ ਜ਼ਿਕਰ ਕੀਤਾ ਹੈ, ਉਹ ਤੇ ਇਸ ਕਤਾਰ ਵਿੱਚ ਖੜੇ ਹੋਣ ਵਾਲੇ ਦੂਸਰੇ ਹੋਰ ਇਤਿਹਾਸਕਾਰ ਸਿੱਖਾਂ ਦੇ ਇਸ ਜਲੂਸ ਤੇ ਉਹਨਾਂ ਦੇ ਮੌਤ ਦੀ ਸ਼ਕਲ ਵਿੱਚ ਹੋਣ ਵਾਲੇ ਅੰਤ ਨੂੰ ਬੜੀ ਘਿਰਣਾ ਨਾਲ ਤਮਾਸ਼ਾ ਹੀ ਦੱਸਦੇ ਹਨ। ਬਿਲਕੁਲ ਬੇਸਮਝ ਨਿਆਣਿਆਂ ਵਾਲੀ ਬਿਰਤੀ ਦਾ ਪ੍ਰਗਟਾਵਾ ਕਰਦੇ ਹਨ, ਜੋ ਪਿੰਜਰੇ ਵਿੱਚ ਫੜੇ ਚੂਹਿਆਂ ਨੂੰ ਮਾਰਨ ਲਈ ਬਾਹਰ ਖੁੱਲੇ ਥਾਂ ਵੱਲ ਲਈ ਜਾ ਰਹੇ ਹੋਣ ਤੇ ਉਹਨਾਂ ਦੀ ਮੌਜ, ਉਹਨਾਂ ਦੀ ਮਗਰ ਭੱਜ ਭੱਜ ਕੇ ਉਹਨਾਂ ਨੂੰ ਮਾਰਨਾ ਹੈ। ਉਹਨਾਂ ਲਈ ਖੇਡ ਤੇ ਇੱਕ ਤਮਾਸ਼ਾ ਹੀ ਹੁੰਦਾ। ਇਹੋ ਹਾਲ ਇਹਨਾਂ ਲਖਾਰੀਆਂ ਦਾ ਹੈ। ਸਿੱਖਾਂ ਪ੍ਰਤੀ ਇਹ ਤਵੱਸਬ ਵਿੱਚ ਸੜ ਬਲ ਰਹੇ ਹਨ। ਇਹਨਾਂ ਪਾਸ ਰਹਿਮ ਤਾਂ ਪਾਸੇ ਰਿਹਾ, ਇੱਕ ਵੀ ਚੰਗਾ ਸ਼ਬਦ ਨਹੀਂ ਸਿੱਖਾਂ ਵਾਸਤੇ। ਤਵੱਸਬ ਵਿੱਚ ਅੰਨੇ ਤੇ ਘਿਰਣਾ ਵਿੱਚ ਭੁੱਜਦੇ ਹੋਏ ਮੌਤ ਦੇ ਮੂੰਹ ਪੈ ਰਹੇ ਸਿੱਖਾਂ ਦੀ ਇਸ ਹਾਲਤ ਨੂੰ ਇੱਕ ਤਮਾਸ਼ਾ ਹੀ ਦੱਸਦੇ ਹਨ। ਪਰ ਅਸਲੀਅਤ ਇਹ ਕਿ ਸਿੱਖ ਤਾਂ ਮੌਤ ਨੂੰ ਸਮਝਦੇ ਵੀ ਇੱਕ ਖੇਡ ਤਮਾਸ਼ਾ ਹੀ ਸਨ। ਲਿਖਣ ਵਾਲਿਆਂ ਦੀਆਂ ਸਤਰਾਂ ਦਾ ਇੱਕ ਇੱਕ ਸ਼ਬਦ ਮੂੰਹ ਬੋਲਦੀ ਤਸਵੀਰ ਹੈ ਕਿ ਉਹ ਇਸ ਹੋਣ ਵਾਲੀ ਮੌਤ ਤੋਂ ਕਿੰਨੇ ਭੈ ਭੀ ਸਨ, ਪਰ ਜਿਨ੍ਹਾਂ ਦੀ ਮੌਤ ਹੋਣੀ ਹੈ ਉਹ ਪ੍ਰਸੰਨ ਤੇ ਆਨੰਦ ਮਨਾ ਰਹੇ ਹਨ। ਇਨ੍ਹਾਂ ਮੌਕੇ ਦੇ ਗਵਾਹਾਂ ਨੂੰ ਸਿੰਘਾਂ ਦੀ ਉੱਚ ਮਾਨਸਿਕ ਅਵਸਥਾ ਕਿੰਨੀ ਅਜੀਬ ਤੇ ਚਕਰਿਤ ਕਰਨ ਵਾਲੀ ਲੱਗਦੀ ਹੈ। ਲਿਖ ਕੇ ਭਾਵੇਂ ਉਹ ਆਪਣੀ ਘਿਰਣਾ ਤੇ ਤਵੱਸਬ ਦਾ ਉਬਾਲ ਕੱਢਦੇ ਹਨ, ਪਰ ਅੰਦਰੋਂ ਦਿਲ ਉਹਨਾਂ ਦੇ ਸਿੰਘਾਂ ਦੇ ਧੀਰਜ, ਆਤਮਕ ਬਲ ਤੇ ਸਾਹਸ ਤੋਂ ਆਸ਼ਸ਼ ਕਰ ਰਹੇ ਹਨ, ਆਫਰੀਨ ਕਹਿ ਰਹੇ ਹਨ। ਫਰਖਸ਼ੀਅਰ ਵੱਲੋਂ ਸਿੰਘਾਂ ਦੀ ਕਤਲਾਮ ਦਾ ਹੁਕਮ। ਜਦ ਬਾਦਸ਼ਾਹ ਦੇ ਹਜ਼ੂਰ ਲਿਆਂਦੇ ਗਏ ਤਾਂ ਉਸ ਨੇ ਹੁਕਮ ਦੇ ਕੇ ਬੰਦਾ ਸਿੰਘ, ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ,
ਭਾਈ ਕਰਮ ਸਿੰਘ ਜਿਹੇ ਜਰਨੈਲਾਂ ਤੇ ਕੁਝ ਹੋਰ ਉੱਘੇ ਆਗੂਆਂ ਨੂੰ ਇਬਰਾਹਿਮ ਖਾਨ ਮੀਰ ਆਤਸ਼ ਦੇ ਹਵਾਲੇ ਕਰ ਦਿੱਤਾ ਤਾਂ ਕਿ ਇਹਨਾਂ ਨੂੰ ਕਿਲੇ ਵਿੱਚ ਕੈਦ ਕਰ ਦਿੱਤਾ ਜਾਵੇ। ਬੰਦਾ ਸਿੰਘ ਦੀ ਘਰਵਾਲੀ, ਉਸ ਦੇ 4 ਵਰਿਆਂ ਦੇ ਬੱਚੇ ਅਜੇ ਸਿੰਘ ਅਤੇ ਉਸ ਦੀ ਖਡਾਵੀ ਨੂੰ ਸ਼ਾਹੀ ਹਰਮ ਜਨਾਨ ਖਾਨਾ ਦੇ ਪ੍ਰਬੰਧਕ ਦਰਬਾਰ ਖਾਨ ਨਾਜ਼ਰ ਦੇ ਸਪੁਰਦ ਕੀਤਾ ਗਿਆ। ਬਾਕੀ ਦੇ 694 ਸਿੰਘ ਕਤਲ ਕਰ ਦੇਣ ਲਈ ਸਰਬਰਾਹ ਖਾਨ ਕੋਤਵਾਲ ਦੇ ਹਵਾਲੇ ਕੀਤੇ ਗਏ। ਉਸ ਨੂੰ ਇਹ ਹੁਕਮ ਦਿੱਤਾ ਗਿਆ ਕਿ ਕੈਦੀਆਂ ਵਿੱਚੋਂ 100 ਰੋਜ਼ ਕੋਤਵਾਲੀ ਦੇ ਸਾਹਮਣੇ, ਕਿਲੇ ਦੇ ਦਰਵਾਜ਼ੇ ਅੱਗੇ ਅਤੇ ਵੱਡੇ ਵੱਡੇ ਬਾਜ਼ਾਰਾਂ ਦੇ ਚੌਂਕਾਂ ਵਿੱਚ ਖਲਕਤ ਦੇ ਸਾਹਮਣੇ ਕਤਲ ਕੀਤੇ ਜਾਇਆ ਕਰਨ। ਜਿਹੜਾ ਸਿੱਖ ਕੈਦੀ ਮੁਸਲਮਾਨ ਹੋਣਾ ਮੰਨ ਜਾਵੇ ਉਸ ਨੂੰ ਉਸ ਵੇਲੇ ਛੱਡ ਦਿੱਤਾ ਜਾਵੇ। ਪਰ ਵਾਹ ਖਾਲਸਾਈ ਸਿਦਕ ਤੇ ਹੌਸਲਾ, 700 ਤੋਂ ਵੱਧ ਕੈਦੀਆਂ ਚੋਂ ਕਿਸੇ ਨੇ ਵੀ ਆਪਣਾ ਧਰਮ ਗਵਾ ਕੇ ਜਿਉਣਾ ਮਨਜ਼ੂਰ ਨਾ ਕੀਤਾ। ਤਿੰਨੇ ਵੱਡੇ ਅਫਸਰਾਂ ਇਤਮਾਦ-ਦੌਲਾ ਮੁਹੰਮਦ ਅਮੀਨ ਖਾਨ, ਉਸ ਦੇ ਪੁੱਤਰ ਕਮਰਦੀਨ ਖਾਨ ਅਤੇ ਜ਼ਕਰੀਆ ਖਾਨ ਨੂੰ ਬਾਦਸ਼ਾਹ ਵੱਲੋਂ ਦਿਲ ਖੋਲ ਕੇ ਇਨਾਮ ਦਿੱਤੇ ਗਏ। ਗੁਰਦਾਸ ਨੰਗਲੋਂ ਜੋ ਹਥਿਆਰ ਤੇ ਅਸਬਾਬ ਫੜਿਆ ਗਿਆ ਸੀ, ਜ਼ਕਰੀਆ ਖਾਨ ਨੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ। ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ: ਤਲਵਾਰਾਂ 1000, ਢਾਲਾਂ 278, ਤੀਰ ਕਮਾਨ 173, ਰਾਮ ਜੰਗੇ ਭਾਵ ਬੰਦੂਕਾਂ 180, ਜਮਦਾਰ 114, ਸੋਨੇ ਦੀਆਂ ਮੋਹਰਾਂ 23, ਰੁਪਏ 600 ਤੋਂ ਕੁਝ ਵੱਧ, ਸੋਨੇ ਦੇ ਗਹਿਣੇ ਬਿਲਕੁਲ ਥੋੜੇ ਜਿਹੇ। ਇਤਿਹਾਸਕਾਰ ਹੈਰਾਨ ਹਨ ਕਿ ਇੰਨੇ ਥੋੜੇ ਜਿਹੇ ਹਥਿਆਰਾਂ ਤੇ 600 ਰੁਪਏ ਨਾਲ ਕੰਮ ਸਾਰੇ ਸਿੰਘਾਂ ਨੇ ਕਿਵੇਂ ਮੁਗਲ ਹਕੂਮਤ ਦੀ 8 ਮਹੀਨਿਆਂ ਤੋਂ ਵੱਧ ਸਮੇਂ ਲਈ ਨੀਂਦ ਹਰਾਮ ਕਰ ਛੱਡੀ। ਕਾਮਵਰ ਖਾਨ ਲਿਖਦਾ ਹੈ ਕਿ ਇਹ ਸੱਚਮੁੱਚ ਤੇ ਬਿਲਕੁਲ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇੰਨੇ ਥੋੜੇ ਜਿਹੇ ਹਥਿਆਰਾਂ ਤੇ ਮਾਮੂਲੀ ਸਾਮਾਨ ਨਾਲ ਸਿੰਘਾਂ ਨੇ ਆਪਣੇ ਸਮੇਂ ਦੀ ਸਭ ਤੋਂ ਵੱਡੀ ਤੇ ਮਜ਼ਬੂਤ ਹਕੂਮਤ ਦਾ ਐਡੇ ਲੰਮੇ ਸਮੇਂ ਤੱਕ ਇਸ ਤਰ੍ਹਾਂ ਸਿਰ ਧੜ ਦੀ ਬਾਜ਼ੀ ਲਾ ਕੇ ਮੁਕਾਬਲਾ ਕੀਤਾ। ਫੜੇ ਜਾਣ ਪਿੱਛੋਂ ਵੀ ਉਹ ਵੈਸੀ ਹੀ ਚੜ੍ਹਦੀ ਕਲਾ ਵਿੱਚ ਰਹੇ, ਕਿਸੇ ਨੇ ਦਿਲ ਨਹੀਂ ਡੁਲਾਇਆ, ਜਾਨ ਪਿਆਰੀ ਨਹੀਂ ਕੀਤੀ। ਇਹ ਸੀ ਸਿੱਖਾਂ ਦੇ ਹੌਸਲੇ, ਹੱਠ ਤੇ ਨਿਸ਼ਚੇ ਦੀ ਫੌਲਾਦ ਵਰਗੀ ਮਜ਼ਬੂਤ ਚਟਾਨ, ਜਿਸ ਨਾਲ ਮੁਗਲਾਂ ਦੀ ਹੈਂਕੜਸ਼ਾਹੀ ਤੇ ਅਜਿੱਤ ਹੋਣ ਦਾ ਘੁਮੰਡ ਟਕਰਾ ਕੇ ਚਕਨਾਚੂਰ ਹੋ ਗਏ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 21। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।